ਸਤਿਕਾਰਯੋਗ ਮਾਨਯੋਗ ਗੁਰੂ ਰੂਪ ਭਗਵਾਨ ਵਾਲਮੀਕ ਜੀ ਦੇ ਪਿਆਰਿਓ, ਸ੍ਰੀ ਵਾਲਮੀਕ ਭਗਵਾਨ ਦੇ ਪ੍ਰਗਟ ਦਿਵਸ 'ਤੇ ਵਿਸ਼ੇਸ਼ ਲੇਖ। ਅੱਜ ਦਿਨ ਬੁੱਧਵਾਰ 20 ਅਕਤੂਬਰ 2021, ਚੌਥੀ ਕਿਸ਼ਤ। ਇਸ ਚੌਥੀ ਕਿਸ਼ਤ ਵਿੱਚ ਭਗਵਾਨ ਵਾਲਮੀਕ ਜੀ ਦਾ ਪਿਤਾ ਕੌਣ ਸੀ, ਗੋਤ ਕੌਣ ਸੀ ਅਤੇ ਅੱਸੂ ਦੇ ਮਹੀਨੇ ਦਾ ਜਨਮ ਕਿਉਂ ਅਤੇ ਕੈਸੇ ਦੱਸਿਆ ਜਾਵੇਗਾ, ਸੋ ਸਰਵਣ ਕਰੋ। ਸ੍ਰੀ ਰਾਮਾਇਣ ਦੇ ਲਿਖਾਰੀ ਵਾਲਮੀਕ ਜੀ ਪ੍ਰਚੇਤਾ ਜੀ ਦਾ ਪੁੱਤਰ ਸੀ, ਬ੍ਰਹਮਾ ਜੀ ਦਾ ਪੋਤਰਾ ਸੀ। ਅਯੁੱਧਿਆ ਤੋਂ ਥੋੜ੍ਹੀ ਦੂਰ ਤਮਸਾ ਨਦੀ ਕੰਢੇ ਆਪਣਾ ਆਸ਼ਰਮ ਬਣਾ ਕੇ ਤਪੱਸਿਆ ਕਰਦਾ ਸੀ। ਬਨਵਾਸ ਸਮੇਂ ਸੀਤਾ ਲਛਮਣ ਇਸੇ ਕੋਲ ਬਨਵਾਸ ਸਮੇਂ ਸੀਤਾ ਨੂੰ ਲਛਮਣ ਇਸੇ ਦੇ ਆਸ਼ਰਮ ਲਾਗੇ ਛੱਡ ਕੇ ਆਇਆ ਸੀ। ਲਵ ਕੁਸ਼ ਦਾ ਜਨਮ ਇਸੇ ਵਾਲਮੀਕ ਜੀ ਦੇ ਆਸ਼ਰਮ ਵਿੱਚ ਹੋਇਆ। ਇਹ ਵਾਲਮੀਕ ਜੀ ਰਾਮ ਦੇ ਪਿਤਾ ਦਸ਼ਰਥ ਦਾ ਪੱਕਾ ਮਿੱਤਰ ਸੀ। ਮਿੱਤਰਤਾਈ ਫਰਜ਼ ਨਿਭਾਉਂਦਿਆਂ ਦਸ਼ਰਥ ਦੇ ਪੋਤਰਿਆਂ ਲਵ ਕੁਸ਼ ਨੂੰ ਪੜ੍ਹਾਇਆ ਲਿਖਾਇਆ, ਯੁੱਧ ਦੇ ਕਾਬਲ ਬਣਾਇਆ। ਮਿੱਤਰ ਦਾ ਪੁੱਤਰ ਜਾਣ ਕੇ ਰਾਮ ਦੀ ਕੀਤੀ ਗਲਤੀ ਸਗਰਭਾ ਗੀਤਾ ਦਾ ਤਿਆਗ ਦਾ ਅਹਿਸਾਸ ਕਰਾਉਣ ਲਈ ਉਸ ਦੇ ਪੁੱਤਰਾਂ ਤੋਂ ਹੀ ਉਸ ਨੂੰ ਰਾਮ ਨੂੰ ਯੁੱਧ ਵਿੱਚ ਹਰਾ ਕੇ ਸੀਤਾ ਅਤੇ ਸੀਤਾ ਦੇ ਪੁੱਤਰਾਂ ਨੂੰ ਪਰਿਵਾਰ ਸਮੇਤ ਰਾਮ ਦੇ ਹਵਾਲੇ ਕਰਨਾ ਮਿੱਤਰਤਾਈ ਫਰਜ਼ ਨਹੀਂ ਤਾਂ ਹੋਰ ਕੀ ਹੈ। ਭਗਵਾਨ ਵਾਲਮੀਕ ਜੀ ਪ੍ਰਚੇਤਾ ਦੇ ਪੁੱਤਰ ਸਨ। ਪ੍ਰਚੇਤਾ ਦੋ ਹੋਏ ਹਨ। ਪਹਿਲਾ ਪ੍ਰਚੇਤਾ ਵਾਲਮੀਕ ਜੀ ਦਾ ਪਿਤਾ ਹੈ ਅਤੇ ਦੂਜਾ ਪ੍ਰਚੇਤਾ ਧਰੂਵ ਭਗਤ ਦੀ ਵੰਸ਼ ਵਿੱਚ ਅੱਗੇ ਚੱਲ ਕੇ ਪ੍ਰਾਚੀਨ ਵਰਹਿਕ ਅਤੇ ਪ੍ਰਾਚੀਨ ਵਰਹਿਕ ਦਾ ਪੁੱਤਰ ਪ੍ਰਚੇਤਾ, ਇਸ ਨੂੰ 10 ਪ੍ਰਚੇਤਾ ਵੀ ਕਿਹਾ ਜਾਂਦਾ ਹੈ। ਅਤੇ ਜੋ ਭਗਵਾਨ ਵਾਲਮੀਕ ਜੀ ਦਾ ਪਿਤਾ ਪ੍ਰਚੇਤਾ ਸਨ, ਉਸ ਦੀ ਬਾਬਤ ਮਤਸਯ ਪੁਰਾਣ ਦੇ ਅਧਿਆਏ ਤੀਜੇ ਅਤੇ ਤੀਜੇ ਸ਼ਲੋਕ ਦੇ 6, 7 ਅਤੇ 8 ਅਤੇ ਮਨੂ ਸਿਮਰਤੀ ਦੇ ਅਧਿਆਏ ਪਹਿਲੇ ਅਤੇ ਪਹਿਲੇ ਅਧਿਆਏ ਦੇ ਸ਼ਲੋਕ 35 ਅਤੇ 36 ਅਨੁਸਾਰ ਬ੍ਰਹਮਾ ਜੀ ਦੇ ਮਾਨਸੀ ਪੁੱਤਰ ਇਹ ਹਨ। ਪਹਿਲਾ ਪੁੱਤਰ ਮਰੀਚੀ, ਫਿਰ ਅਤਰੀ, ਅੰਗਰਾ, ਪੁਲਸਤੇ, ਪੁਲੇ, ਕ੍ਰਿਤੂ, ਪ੍ਰਚੇਤਾ, ਵਸ਼ਿਸ਼ਟ, ਭ੍ਰਿਗੂ ਅਤੇ ਨਾਰਦ। ਇਹ 10 ਪੁੱਤਰ ਹਨ। ਇਹਨਾਂ 10 ਵਿੱਚੋਂ 7ਵਾਂ ਪੁੱਤਰ ਪ੍ਰਚੇਤਾ ਵਾਲਮੀਕ ਜੀ ਦਾ ਪਿਤਾ ਹੈ। ਇਹ ਹੈ ਪਹਿਲਾ ਪ੍ਰਚੇਤਾ। ਅਤੇ ਧਰੂਵ ਭਗਤ ਦੀ ਵੰਸ਼ ਵਿੱਚ ਜੋ ਪ੍ਰਚੇਤਾ ਹੋਇਆ ਹੈ, ਉਹ ਇਸ ਤੋਂ ਕਈ ਪੀੜ੍ਹੀਆਂ ਅੱਗੇ ਜਾ ਕੇ ਹੋਇਆ ਸੀ। ਸਾਰੇ ਭਰਾਵਾਂ ਦੀ ਔਲਾਦ ਨੂੰ ਭ੍ਰਿਗੂ ਵੰਸ਼ੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਵਿਸ਼ਨੂੰ ਪੁਰਾਣ ਅੰਸ਼ 4 ਅਧਿਆਏ 10 ਵਿੱਚ 10 ਭਰਾਵਾਂ ਦੀ ਔਲਾਦ ਨੂੰ ਭ੍ਰਿਗੂ ਵੰਸ਼ੀ ਲਿਖਿਆ ਗਿਆ ਹੈ। ਮਤਸਯ ਪੁਰਾਣ ਦੇ ਅਧਿਆਏ 12 ਸ਼ਲੋਕ 51 ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਸ੍ਰੀ ਰਾਮ ਜੀ ਦੀ ਜੀਵਨੀ ਰਾਮਾਇਣ ਲਿਖਣ ਵਾਲਾ ਮਹਾਰਿਸ਼ੀ ਵਾਲਮੀਕ ਜੀ ਭ੍ਰਿਗੂ ਵੰਸ਼ੀ ਸੀ। ਉਕਤ ਗ੍ਰੰਥਾਂ ਦੇ ਅਧਿਆਏ, ਸ਼ਲੋਕ, ਅੰਸ਼ ਆਦਿ ਪੜ੍ਹ ਕੇ ਦੇਖ ਕੇ ਤਸੱਲੀ ਕਰ ਸਕਦੇ ਹੋ। ਪ੍ਰਸ਼ਨ: ਸ੍ਰੀ ਰਾਮਾਇਣ ਦਾ ਲਿਖਾਰੀ ਵਾਲਮੀਕ ਜੀ ਕਿਸ ਦਾ ਪੁੱਤਰ ਸੀ ਅਤੇ ਕਿੱਥੋਂ ਦਾ ਵਸਨੀਕ ਸੀ? ਉੱਤਰ: ਪ੍ਰਚੇਤਾ ਜੀ ਦਾ ਪੁੱਤਰ ਸੀ, ਬ੍ਰਹਮਾ ਜੀ ਦਾ ਪੋਤਰਾ ਸੀ, ਤਮਸਾ ਨਦੀ ਕੰਢੇ ਦਾ ਵਸਨੀਕ ਸੀ। ਦੇਖੋ ਵਾਲਮੀਕੀ ਰਾਮਾਇਣ ਅਯੁੱਧਿਆ ਕਾਂਡ ਸਰਗ 56, ਮਤਸਯ ਪੁਰਾਣ ਅਧਿਆਏ ਤੀਜਾ ਸ਼ਲੋਕ 6, 7 ਅਤੇ 8, ਮਨੂ ਸਿਮਰਤੀ ਅਧਿਆਏ ਪਹਿਲਾ ਸ਼ਲੋਕ 35 ਅਤੇ 36। ਪ੍ਰਸ਼ਨ: ਵਾਲਮੀਕ ਜੀ ਦਾ ਰਾਮਾਇਣ ਅਤੇ ਯੋਗ ਵਿਸ਼ਿਸ਼ਟ ਲਿਖਣ ਦਾ ਕੀ ਕਾਰਨ ਸੀ? ਉੱਤਰ: ਸ੍ਰੀ ਵਿਸ਼ਿਸ਼ਟ ਜੀ ਦਸ਼ਰਥ ਦਾ ਪ੍ਰੋਤ ਸੀ ਅਤੇ ਇਸ ਕੋਲ ਅਤੇ ਰਾਮ ਦਾ ਗੁਰੂ ਸੀ। 15ਵੇਂ ਸਾਲ ਦੀ ਉਮਰ ਵਿੱਚ ਖਾਣਾ ਪੀਣਾ ਪਹਿਨਣਾ ਰਾਮ ਨੇ ਛੱਡ ਦਿੱਤਾ ਸੀ। ਇਸੇ ਕਾਰਨ ਵਿਸ਼ਿਸ਼ਟ ਜੀ ਨੇ ਰਾਮ ਨੂੰ ਉਪਦੇਸ਼ ਦਿੱਤਾ ਸੀ। ਉਸ ਉਪਦੇਸ਼ ਨੂੰ ਭਗਵਾਨ ਵਾਲਮੀਕ ਜੀ ਨੇ ਲਿਖਿਆ। ਉਸ ਲੇਖ ਦਾ ਨਾਮ ਯੋਗ ਵਿਸ਼ਿਸ਼ਟ ਹੈ। ਰਾਮ ਵੱਲੋਂ ਸੀਤਾ ਦਾ ਤਿਆਗ ਹਿਰਦੇ ਵੇਦਕ ਘਟਨਾ ਸੀ। ਇਸ ਦਰਦ ਨੂੰ ਮਹਿਸੂਸ ਕਰਦਿਆਂ ਭਗਵਾਨ ਵਾਲਮੀਕ ਜੀ ਨੇ
ਸ਼੍ਰੀ ਰਾਮਾਇਣ ਦੀ ਰਚਨਾ ਕੀਤੀ। ਇਹਨਾਂ ਕਾਰਨਾਂ ਕਰਕੇ ਹੀ ਇਹ ਯੋਗ ਵਿਸ਼ਿਸ਼ਟ ਅਤੇ ਰਾਮਾਇਣ ਇਹ ਦੋ ਰਚਨਾਵਾਂ ਹੋਈਆਂ। ਯੋਗ ਵਿਸ਼ਿਸ਼ਟ ਵੇਦਾਂਤ ਅਤੇ ਰੂਹਾਨੀਅਤ ਦਾ ਗ੍ਰੰਥ ਹੈ, ਜੋ ਵੇਦਾਂਤ ਪੜ੍ਹੇ ਤੋਂ ਬਗੈਰ ਸਮਝਿਆ ਨਹੀਂ ਜਾ ਸਕਦਾ, ਅਤੇ ਰਾਮਾਇਣ ਰਾਮਚੰਦਰ ਦੀ ਜੀਵਨੀ ਹੈ, ਜੋ ਪੜ੍ਹ ਕੇ ਆਮ ਵਿਅਕਤੀ ਹੀ ਸਮਝ ਸਕਦਾ ਹੈ। ਪ੍ਰਸ਼ਨ: ਰਾਮ ਦਾ ਪਿਤਾ ਦਸ਼ਰਥ ਅਤੇ ਵਾਲਮੀਕ ਜੀ ਦਾ ਆਪਸ ਵਿੱਚ ਕੀ ਸੰਬੰਧ ਸੀ? ਉੱਤਰ: ਦੋਵੇਂ ਆਪਸ ਵਿੱਚ ਪੱਕੇ ਮਿੱਤਰ ਸੀ। ਦੇਖੋ ਵਾਲਮੀਕੀ ਰਾਮਾਇਣ ਉੱਤਰਕਾਂਡ ਸਰਗ 56 ਬਿਪਤਾ ਸਮੇਤ ਸੀਤਾ ਦੀ ਰੱਖਿਆ, ਲਵ ਕੁਸ਼ ਨੂੰ ਪੜ੍ਹਾਉਣਾ ਲਿਖਾਉਣਾ, ਯੁੱਧ ਕਲਾ ਅਤੇ ਸੰਗੀਤ ਕਲਾ ਸਿਖਾਉਣਾ ਆਦਿ ਦਸ਼ਰਥ ਦੀ ਮਿੱਤਰਤਾ ਦਾ ਹੀ ਲਾਭ ਦਸ਼ਰਥ ਦੇ ਪਰਿਵਾਰ ਰਾਮ ਨੂੰ ਹੋਇਆ ਸੀ। ਪ੍ਰਸ਼ਨ: ਕੀ ਭਗਵਾਨ ਵਾਲਮੀਕ ਜੀ ਸ਼ਾਦੀशुदा ਸੀ? ਉੱਤਰ: ਭਗਵਾਨ ਵਾਲਮੀਕ ਜੀ ਸ਼ਾਦੀशुदा ਨਹੀਂ ਸੀ। ਪ੍ਰਸ਼ਨ: ਤੁਲਸੀ ਰਾਮਾਇਣ ਕਦੋਂ ਅਤੇ ਕਿਸ ਨੇ ਲਿਖਿਆ? ਉੱਤਰ: ਤੁਲਸੀ ਰਾਮਾਇਣ ਦੇ ਕਰਤਾ ਤੁਲਸੀਦਾਸ ਜੀ ਹਨ। ਇਹ ਤੁਲਸੀਦਾਸ ਜੀ ਦਾ ਜਨਮ ਪ੍ਰਯਾਗਰਾਜ ਦਾ ਜ਼ਿਲ੍ਹਾ ਬਾਂਦਾ, ਪਿੰਡ ਰਾਜਪੁਰ, ਆਤਮਾ ਰਾਮ ਬ੍ਰਾਹਮਣ ਦੂਬਾ ਗੋਸਵਾਮੀ ਦੇ ਘਰ 1554 ਬਿਕਰਮੀ ਨੂੰ ਹੋਇਆ ਸੀ। ਤੁਲਸੀ ਰਾਮਾਇਣ ਸ੍ਰੀ ਰਾਮ ਚਰਿਤ ਮਾਨਸ ਦੀ ਰਚਨਾ 1631 ਵਿੱਚ ਇਸ ਨੇ ਆਰੰਭ ਕਰੀ ਸੀ ਅਤੇ 2 ਸਾਲਾਂ ਵਿੱਚ ਸੰਪੂਰਨਤਾ 1633 ਵਿੱਚ ਕੀਤੀ। ਤੁਲਸੀਦਾਸ ਦਾ ਸਵਰਗਵਾਸ 1680 ਬਿਕਰਮੀ ਵਿੱਚ ਹੋਇਆ। ਕੁੱਲ ਉਮਰ 126 ਸਾਲ ਹੋਈ ਸੀ। ਸ੍ਰੀ ਵਾਲਮੀਕ ਭਗਵਾਨ ਜੀ ਦਾ ਅੱਸੂ ਦੇ ਮਹੀਨੇ ਜਨਮ ਦਿਨ ਕਿਉਂ ਅਤੇ ਕਿਵੇਂ? ਜਵਾਬ ਇਸ ਪ੍ਰਕਾਰ ਹੈ। ਸ਼ਾਲਾਮਾਰ ਬਾਗ ਕਪੂਰਥਲਾ ਵਿਖੇ 1951 ਵਿੱਚ ਇੱਕ ਬਹੁਤ ਵੱਡੀ ਕਾਨਫਰੰਸ ਵਾਲਮੀਕੀਆਂ ਅਤੇ ਸਰਕਾਰ ਵਿਚਾਲੇ ਹੋਈ ਸੀ। ਇਸ ਕਾਨਫਰੰਸ ਦੀ ਸਮਾਪਤੀ ਤੋਂ ਬਾਅਦ ਵਿਹਲੇ ਹੋ ਕੇ ਇਸ ਕਾਨਫਰੰਸ ਵਿੱਚ ਇਸੇ ਦਿਨ ਹੀ ਆਲ ਇੰਡੀਆ ਵਾਲਮੀਕ ਸਭਾ ਬਣਾਈ ਗਈ। ਇਸ ਵਾਲਮੀਕ ਸਭਾ ਦਾ ਪ੍ਰਧਾਨ ਜਸਵੰਤ ਰਾਏ ਨੂੰ ਬਣਾਇਆ ਗਿਆ। ਇਸ ਸਭਾ ਦੀ ਮੀਟਿੰਗ 1951 ਚ ਵਾਲਮੀਕ ਮੰਦਰ ਭੰਗੀ ਕਲੋਨੀ ਦਿੱਲੀ ਵਿੱਚ ਹੋਈ ਸੀ। ਸਰਬਸੰਮਤੀ ਨਾਲ ਮਤਾ 1951 ਪਾਸ ਹੋਇਆ ਸੀ ਕਿ ਭਗਵਾਨ ਵਾਲਮੀਕ ਜੀ ਦਾ ਜਨਮ ਦਿਨ ਦੇਸ਼ ਭਰ ਵਿੱਚ ਇੱਕੇ ਦਿਨ ਅੱਸੂ ਸੁਦੀ ਪੂਰਨਮਾਸ਼ੀ ਨੂੰ ਮਨਾਇਆ ਜਾਵੇ। ਇਸ ਤੋਂ ਪਹਿਲੋਂ ਕੋਈ ਹਾੜ ਦੇ ਮਹੀਨੇ ਮਨਾਉਂਦਾ ਸੀ, ਕੋਈ ਸਿਆਲ 'ਚ, ਕੋਈ ਕਦੋਂ। ਸੋ ਇਸ ਦੇ ਨਾਲ ਪੰਜਾਬ ਪ੍ਰਦੇਸ਼ ਵਾਲਮੀਕ ਸਭਾ ਨੇ ਆਲ ਇੰਡੀਆ ਵਾਲਮੀਕ ਸਭਾ ਦੇ ਮਤੇ ਅਨੁਸਾਰ ਪਿੰਡ ਸ਼ਹਿਰ ਵਿੱਚ ਜਾ ਕੇ ਇਸ ਮਤੇ ਦਾ ਪ੍ਰਚਾਰ ਕੀਤਾ ਅਤੇ ਇਸ ਮਤੇ ਅਨੁਸਾਰ ਪਹਿਲੀ ਵਾਰ 1952 ਈਸਵੀ ਵਿੱਚ ਭਗਵਾਨ ਵਾਲਮੀਕ ਜੀ ਦਾ ਜਨਮ ਦਿਨ ਅੱਸੂ ਸੁਦੀ ਪੂਰਨਮਾਸ਼ੀ ਨੂੰ ਮਨਾਇਆ ਗਿਆ ਸੀ। ਫਿਰ ਸਦਾ ਵਾਸਤੇ ਇਸੇ ਦਿਨ ਮਨਾਉਣਾ ਸ਼ੁਰੂ ਹੋ ਗਿਆ। ਪੰਜਾਬ ਸਰਕਾਰ ਨੇ 1952 ਦੇ ਅੱਸੂ ਦੀ ਪੂਰਨਮਾਸ਼ੀ ਵਾਲੇ ਦਿਨ ਸੁਭਾਵਿਕ ਹੀ ਛੁੱਟੀ ਕਰ ਦਿੱਤੀ ਸੀ ਅਤੇ ਉਸ ਤੋਂ ਬਾਅਦ ਇਹ ਛੁੱਟੀ ਪੰਜਾਬ ਸਰਕਾਰ ਵੱਲੋਂ ਪੱਕੀ ਹੋ ਗਈ। ਸਭ ਤੋਂ ਪਹਿਲੀ ਵਾਰ 1952 ਤੋਂ ਪੰਜਾਬ ਸਰਕਾਰ ਵੱਲੋਂ ਲਗਾਤਾਰ ਸਰਕਾਰੀ ਛੁੱਟੀ ਮਨਜ਼ੂਰ ਕੀਤੀ ਗਈ ਹੈ। ਅਜਿਹਾ ਹੋ ਸਕਿਆ ਪੰਜਾਬ ਪ੍ਰਦੇਸ਼ ਵਾਲਮੀਕ ਸਭਾ ਦੇ 50 ਸਾਲਾਂ ਦੇ ਸੰਘਰਸ਼ ਸਦਕਾ ਬਣਿਆ ਇਹ ਦਿਨ ਖਾਸ ਸ਼ੂਦਰ ਕਹੇ ਜਾਣ ਵਾਲੇ ਲੋਕਾਂ ਦਾ ਹੋਇਆ ਇਸ ਤਰ੍ਹਾਂ ਵਿਕਾਸ। ਇਹ ਹੈ ਪ੍ਰਭੂ ਵਾਲਮੀਕ ਜੀ ਦੇ ਮਾਤਾ ਪਿਤਾ ਅਤੇ ਅੱਸੂ ਦੇ ਜਨਮ ਦੀ ਬਾਬਤ। ਹੁਣ ਅਗਲੀ ਕਿਸ਼ਤ ਵਿੱਚ ਪਾਂਡਵਾਂ ਨੇ ਜੱਗ ਕਿਉਂ ਕੀਤਾ ਅਤੇ ਭਗਵਾਨ ਵਾਲਮੀਕ ਜੀ ਨੇ ਕਿਵੇਂ ਸੰਪੂਰਨ ਕੀਤਾ, ਉਸ ਤੋਂ ਅਗਲੀ ਕਿਸ਼ਤ ਵਿੱਚ ਜੋ ਤੀਜਾ ਵਾਲਮੀਕ ਭਾਈ ਗੁਰਦਾਸ ਦੀ ਵਾਰ ਵਿੱਚ ਹੈ, ਉਸ ਦੀ ਬਾਬਤ ਖੋਲ੍ਹ ਕੇ ਪੂਰਾ ਸਪਸ਼ਟ ਕਰਕੇ ਦੱਸਿਆ ਜਾਵੇਗਾ। ਜੋ ਬੋਲੇ ਸੋ ਨਿਰਭੈ ਪ੍ਰਭੂ ਵਾਲਮੀਕ ਭਗਵਾਨ ਕੀ ਜੈ।